गुड मॉर्निंग स्टूडेंट्स। माय नेम इज़ कपिल। मैं ਤੁਹਾਡਾ ਰੀਜ਼ਨਿੰਗ ਫੈਕਲਟੀ ਹਾਂ ਤੇ ਅੱਜ ਆਪਾਂ ਰੀਜ਼ਨਿੰਗ ਦਾ ਇੱਕ ਬਹੁਤ ਹੀ ਵਧੀਆ ਤੇ ਇੰਪੋਰਟੈਂਟ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ ਜਿਹੜਾ ਕੀ ਹੈ ਬਲੱਡ ਰਿਲੇਸ਼ਨ। ਐਜ਼ टॉपिक का नाम है ब्लड रिलेशन। ब्लड रिलेशन का मतलब की है? ब्लड रिलेशन का मतलब है कि फैमिली के अंदर जो रिलेशन चलते हैं, हमारी फैमिली में जो इंक्लूड होते हैं आफ्टर मैरिज उनके भी रिलेशन, और जो हमारी फैमिली में ऑलरेडी मेंबर्स इंक्लूड हैं वो भी रिलेशन, जैसे कि ब्रदर सिस्टर फादर मदर। ये कुछ एग्जाम्पल्स है। पेपर ਦੇ ਵਿੱਚ ਕੀ ਹੁੰਦਾ ਹੈ, जब भी आप एग्जाम ਦੇ ਵਿੱਚ ਜਾਂਦੇ ਹਾਂ ਆਪਾਂ ਦੇਖਦੇ ਹਾਂ कि एक ब्लड रिलेशन की स्टेटमेंट है। वो स्टेटमेंट थोड़ी ਵੱਡੀ ਹੁੰਦੀ ਹੈ ਤੇ ਉਹਦੇ ਨਾਲ ਰਿਲੇਟਡ ਕੁਐਸਚਨਸ ਹੁੰਦੇ ਆ। ਉਸ ਕੁਐਸਚਨ ਨਾਲ ਡੀਲ ਕਰਨ ਵਾਸਤੇ ਕਿ ਉਹ ਬਹੁਤ ਹੀ ਈਜ਼ੀਲੀ ਡੀਲ ਕਰੇ ਜਾ ਸਕਣ, ਉਹਦੇ ਲਈ ਆਪਾਂ ਕੀ ਕਰਦੇ ਹਾਂ, ਇੱਕ ਮੈਥਡ ਹੈ ਟਰੀ ਸਿਸਟਮ। ਟਰੀ ਸਿਸਟਮ ਨਾਲ ਆਪਾਂ ਜਿੰਨੀ ਵੀ ਸਟੇਟਮੈਂਟ ਦਿੱਤੀ ਹੈ ਉਹਨੂੰ ਐਜ਼ ਅ ਚਾਰਟ ਜਾਂ ਟਰੀ ਦੇ ਵਿੱਚ ਉਹਨੂੰ ਡਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਵਾਰੀ-ਵਾਰੀ ਆਪਾਂ ਨੂੰ ਉਹਦੇ ਵਿੱਚ ਸਟੇਟਮੈਂਟ ਦੇ ਵਿੱਚ ਵਾਪਸ ਜਾ ਕੇ ਆਪਣੇ ਕੁਐਸਚਨ ਦੇ ਰਿਲੇਟਡ ਡਾਟਾ ਨਾ ਲੱਭਣਾ ਪਵੇ, ਕਿ ਆਪਾਂ ਸਿਰਫ ਉਸ ਟਰੀ ਨੂੰ ਦੇਖੀਏ ਤੇ ਜਿਹੜਾ ਵੀ ਕੁਐਸਚਨ ਦਿੱਤਾ ਗਿਆ ਉਹਨੂੰ ਆਨਸਰ ਕਰੀਏ। ਓਕੇ, ਚਲੋ ਆਪਾਂ ਹੁਣ ਸਟਾਰਟ ਕਰਦੇ ਹਾਂ। ਬਲੱਡ ਰਿਲੇਸ਼ਨ ਦੇ ਵਿੱਚ ਟਰੀ ਡਰਾ ਕਰਨ ਲਈ ਆਪਾਂ ਕੁਝ ਕੁ ਸਿੰਬਲ ਦਾ ਯੂਜ਼ ਕਰਾਂਗੇ। ਉਹ ਸਿੰਬਲ ਕੀ ਹੋਣਗੇ? ਇੱਕ ਵਰਟੀਕਲ ਲਾਈਨ ਹੋਏਗੀ, ਇੱਕ ਹੌਰੀਜ਼ੌਂਟਲ ਲਾਈਨ ਹੋਏਗੀ ਤੇ ਇੱਕ ਹੋਏਗੀ ਡਬਲ ਐਰੋ ਲਾਈਨ। ਜਿਹੜੀ ਹੌਰੀਜ਼ੌਂਟਲ ਲਾਈਨ ਹੋਏਗੀ ਉਹਨੂੰ ਆਪਾਂ ਯੂਜ਼ ਕਰਾਂਗੇ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ। ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਨ ਦਾ ਮਤਲਬ ਕੀ ਹੁੰਦਾ ਹੈ? ਜਨਰੇਸ਼ਨ ਮਤਲਬ ਜਿਵੇਂ ਕਿ ਹੁਣੇ ਆਪਾਂ ਆਪਣੀ ਫੈਮਿਲੀ ਦੇ ਵਿੱਚ ਫਰੈਸ਼ ਚਾਈਲਡ ਆ, ਮਤਲਬ ਇਸ ਤੋਂ ਬਾਅਦ ਹਜੇ ਕਿਸੇ ਦੀ ਮੈਰਿਜ ਨਹੀਂ ਹੋਈ, ਆਪਾਂ ਇਕਲੌਤੇ ਜਵਾਕ ਆ ਆਪਣੇ ਪੇਰੈਂਟਸ ਦੇ, ਤਾਂ ਆਪਾਂ ਬਿਲਕੁਲ ਫਸਟ ਜਨਰੇਸ਼ਨ ਦੇ ਮੈਂਬਰ ਹੈ। ਉਹ ਤੋਂ ਬਾਅਦ ਸੈਕਿੰਡ ਜਨਰੇਸ਼ਨ ਮਤਲਬ ਉਹ ਤੋਂ ਉਤਲੀ ਜਨਰੇਸ਼ਨ, ਉਹ ਕਿਹੜੀ ਹੁੰਦੀ ਹੈ? ਆਪਣੇ ਫਾਦਰ ਸਾਹਿਬ। ਉਹ ਤੋਂ ਬਾਅਦ ਉਹ ਥਰਡ ਜਨਰੇਸ਼ਨ 'ਚ ਕੌਣ ਇਨਕਲੂਡ ਹੋ ਜਾਂਦੇ? ਉਹਨਾਂ ਦੇ ਵੀ ਫਾਦਰ ਸਾਹਿਬ ਤੇ ਆਪਣੇ ਦਾਦਾ ਜੀ ਜਾਂ ਨਾਨਾ ਜੀ। ਜਿਹੜੀ ਆਹ ਵਾਲੀ ਲਾਈਨ ਹੋਏਗੀ ਵਰਟੀਕਲ ਲਾਈਨ, ਇਹਨੂੰ ਆਪਾਂ ਯੂਜ਼ ਕਰਾਂਗੇ ਮੈਂਬਰਸ ਨੂੰ ਸੇਮ ਜਨਰੇਸ਼ਨ ਦੇ ਵਿੱਚ ਐਡ ਕਰਨ ਵਾਸਤੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਆਪਾਂ ਜਿਵੇਂ ਮੇਰੇ ਬ੍ਰਦਰ ਨੇ, ਜੇ ਮੈਂ ਉਹਨਾਂ ਨੂੰ ਆਪਦੇ ਬਿਹਾਫ ਨਾਲ ਐਡ ਕਰਨਾ ਹੈ ਤਾਂ ਮੈਂ ਉਹਨਾਂ ਨੂੰ ਕਿਸੇ ਹੋਰ ਜਨਰੇਸ਼ਨ 'ਚ ਐਡ ਨਹੀਂ ਕਰੂੰਗਾ, ਮੈਂ ਉਹਨੂੰ ਆਪਦੇ ਨਾਲ ਹੀ ਐਡ ਕਰੂੰਗਾ। ਮੇਰੇ ਸਿਸਟਰ ਹੋ ਗਏ, ਮੇਰੇ ਬ੍ਰਦਰ ਹੋ ਗਏ, ਉਹਨਾਂ ਨੂੰ ਸੇਮ ਜਨਰੇਸ਼ਨ ਦੇ ਵਿੱਚ ਰੱਖਣ ਲਈ ਇਸ ਐਰੋ ਦਾ ਯੂਜ਼ ਕਰਿਆ ਜਾਏਗਾ। ਜਦੋਂ ਆਪਾਂ ਇਹਦਾ ਟਰੀ ਡਰਾ ਕਰਾਂਗੇ ਤੁਹਾਨੂੰ ਬੈਟਰ ਇਹਦੀ ਅੰਡਰਸਟੈਂਡਿੰਗ ਕਲੀਅਰ ਹੋਏਗੀ। ਇਹ ਐਰੋ ਦਾ ਜਦੋਂ ਵੀ ਮੈਂ ਯੂਜ਼ ਕਰੂੰਗਾ ਟਰੀ ਡਰਾ ਕਰਨ ਵਾਸਤੇ, ਇਹਦਾ ਕਹਿਣ ਦਾ ਮਤਲਬ ਹੋਊਗਾ ਕਿ ਮੈਂ ਕਿਸੇ ਵੀ ਕਪਲ ਨੂੰ ਰਿਪਰੈਜ਼ੈਂਟ ਕਰ ਰਿਹਾ। ਕਪਲ ਨੂੰ ਰਿਪਰੈਜ਼ੈਂਟ ਕਰਨ ਦਾ ਮਤਲਬ ਕੀ ਹੈ? ਮੈਰਿਡ ਪਰਸਨ, ਹਸਬੈਂਡ ਵਾਈਫ। ਉਹਨਾਂ ਵਾਸਤੇ ਸਪੈਸ਼ਲ ਐਰੋ ਹੈ ਕਿ ਟਰੀ 'ਚ ਜਦੋਂ ਵੀ ਮੈਂ ਇਹ ਐਰੋ ਦੇਖਾਂ ਤੇ ਮੈਨੂੰ ਉਹਦੀ ਸਮਝ ਆ ਜੇ ਇਹ ਕੌਣ ਨੇ? ਮੈਰਿਡ ਕਪਲ। ਇਹਨਾਂ ਨੂੰ ਛੱਡਣ ਤੋਂ ਬਾਅਦ ਆਪਣੇ ਫੈਮਿਲੀ ਦੇ ਵਿੱਚ ਕੀ ਚੀਜ਼ ਹੁੰਦੀ ਹੈ? ਜੈਂਡਰਸ ਵੀ ਹੁੰਦੇ ਆ, ਕੁਝ ਪਰਸਨ ਮੇਲ ਹੁੰਦੇ ਆ, ਕੁਝ ਕੁ ਪਰਸਨ ਫੀਮੇਲ ਹੁੰਦੇ ਆ। ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਆਹ ਦੋ ਸਿੰਬਲ ਦਾ ਯੂਜ਼ ਕੀਤਾ ਜਾਏਗਾ। ਜਦੋਂ ਵੀ ਮੈਂ ਪਲੱਸ ਦਾ ਸਾਈਨ ਯੂਜ਼ ਕਰੂੰਗਾ ਉਹਦਾ ਮਤਲਬ ਹੋਏਗਾ ਮੈਂ ਕਿਸੇ ਮੇਲ ਪਰਸਨ ਦੀ ਗੱਲ ਕਰ ਰਿਹਾ। ਜਦੋਂ ਵੀ ਮੈਂ ਮਾਈਨਸ ਦਾ ਯੂਜ਼ ਕਰੂੰਗਾ ਉਹਦਾ ਮਤਲਬ ਹੋਏਗਾ ਮੈਂ ਕਿਸੇ ਫੀਮੇਲ ਨੂੰ ਰਿਪਰੈਜ਼ੈਂਟ ਕਰਨਾ ਚਾਹ ਰਿਹਾ। ਹੁਣ ਕੁਐਸਚਨਸ ਦੇ ਵਿੱਚ ਕੀ ਹੁੰਦਾ ਹੈ? ਸਪੋਜ਼ ਆ ਸਾਰੀ ਚੀਜ਼ਾਂ ਨੂੰ ਆਪਾਂ ਨੇ ਇੱਕ ਟਰੀ ਦੇ ਵਿੱਚ ਇੰਕਲੂਡ ਕਰਨਾ ਹੈ, ਤਾਂ ਕਿਵੇਂ ਇੰਕਲੂਡ ਕਰ ਲਾਂਗੇ? ਮੈਂ ਇੱਕ ਪਰਸਨ ਇਹਦੇ 'ਚ ਐਡ ਕਰਨ ਜਾ ਰਿਹਾ ਏ। ਸਪੋਜ਼ ਇਹ ਮੈਂ ਵੀ ਹਾਂ ਤੇ ਤੁਸੀਂ ਜਿਹੜੇ ਦੇਖ ਰਹੇ ਹੋ ਉਹ ਵੀ ਹੋ। ਮੈਂ ਇਹਨੂੰ ਮੇਲ ਦਾ ਇੱਕ ਸਿੰਬਲ ਦਿੱਤਾ, ਇੱਕ ਮੈਂ ਵੈਰੀਏਬਲ ਲੈ ਲਿਆ ਏ ਜਿਹੜਾ ਰਿਪਰੈਜ਼ੈਂਟ ਕੀ ਕਰ ਰਿਹਾ? ਮੈਨੂੰ ਐਜ਼ ਅ ਪਰਸਨ, ਮੈਂ ਜੋ ਵੀ ਬੈਠਾ ਇੱਥੇ, ਤੇ ਪਲੱਸ ਦਾ ਸਿੰਬਲ ਦਾ ਮੈਂ ਹੁਣ ਟਰੀ ਦੇ ਵਿੱਚ ਯੂਜ਼ ਕਰ ਚੁੱਕਿਆ। ਇਹਦਾ ਮਤਲਬ ਕੀ ਹੈ? ਇੱਕ ਮੇਲ ਮੈਂਬਰ ਦੀ ਗੱਲ ਕਰੀ ਜਾ ਰਹੀ ਹੈ ਜੋ ਕੌਣ ਹੈ? ਏ। ਹੁਣ ਮੈਂ ਕਿਹਾ ਏ ਜਿਹੜੇ ਵੀ ਪਰਸਨ ਨੇ, ਬੀ ਉਹਨਾਂ ਦੇ ਫਾਦਰ ਸਾਹਿਬ ਨੇ, ਮਤਲਬ ਜਨਰੇਸ਼ਨ ਦੀ ਗੱਲ ਹੋ ਗਈ। ਫਾਦਰ ਸਾਹਿਬ ਦਾ ਹੋਣਾ ਮਤਲਬ ਕੀ ਹੈ? ਸੈਕਿੰਡ ਜਨਰੇਸ਼ਨ। ਜਿਹਦੀ ਗੱਲ ਕੀਤੀ ਹੈ ਉਹਦੇ ਬਿਹਾਫ ਨਾਲ ਜੇ ਉਹਨਾਂ ਦੇ ਫਾਦਰ ਨੇ ਤਾਂ ਉਹ ਕੀ ਨੇ? ਸੈਕਿੰਡ ਜਨਰੇਸ਼ਨ ਦੇ ਪਰਸਨ ਹੈ। ਹੁਣ ਜਨਰੇਸ਼ਨ ਚੇਂਜ ਹੋਣ ਜਾ ਰਹੀ ਹੈ ਤਾਂ ਮੈਂ ਇੱਥੇ ਕੀ ਯੂਜ਼ ਕਰੂੰਗਾ? ਜਨਰੇਸ਼ਨ ਵਾਲੀ ਲਾਈਨ। ਤੇ ਕੌਣ ਫਾਦਰ ਹੈ ਉਹਨਾਂ ਦੇ? ਬੀ ਫਾਦਰ ਨੇ।
फादर होने का मतलब की हुंदा है कि एक मेल परसन की गल हो रही है, तो मैं उदों ही ये नाल सिंबल यूज कर दूंगा। उस तो बाद गल की हुई कि सी जो ने वो बी दे डॉटर ने। हुण सी का डॉटर होना बी का मतलब की है, जिहड़ा ए परसन बैठा सी उन्हां दी वो सिस्टर हुई। अंडरस्टैंडिंग बिल्कुल क्लीयर है। सी का सिस्टर होने का मतलब की है, वो सेम जनरेशन च नहीं, किते अलग जनरेशन च जाने की लोड़ नहीं हैगी। ए दे सिस्टर ने सी, तो उन्होंने मैं इत्थे इनकलूड करता। उस तो बाद मैं कहा डी परसन जो है वो हसबैंड है। ये क्वेश्चन की स्टेटमेंट होंगी है एग्जाम के कि डी जो है वो मदर ने की दे सी दे, मतलब जनरेशन फिर चेंज हुई। फादर साहब के नाल जाके बैठनगे वो, डी मदर ने कौन सी दे। बिल्कुल जदों क्वेश्चन च पढ़ लिया कि अपन जेंडर क्लीयर हो रहा है, उदों ही वो सिंबल यूज कर लो कि अपनी जिन्नी स्टेटमेंट आप पढ़ते आ रहे हैं वो उत्थे ही आप क्लीयर करते जाइए। हुण डी दे मदर होने का मतलब की है, बी दे फादर होने का मतलब की है कि ये कौन ने, ए ते सी दे पेरेंट्स ने, तो यह की होए मैरिड कपल। हुण मैं सिंबल का फिर नोटेशन यूज किया। मैं क्या सी जदों भी मैं आह सिंबल यूज करूँगा इनका मतलब होएगा मैरिड कपल। यह मैरिड कपल बन चुके हैं। हुण मैं कहा कि ई जो ने वो बी दे फादर साहब ने। बी दे फादर साहब दे होने का मतलब कि उन्हां तो भी उत्ते एक होर मैंबर ने उन्हां दे फादर साहब, तो यह कित्थे आ चुके हैं हम थर्ड जनरेशन दे विच। जिहदी ए दी गल शुरू की सी अपने, जिन्हां दे नाल रिलेशन शुरू कीते सी, वो कित्थे आ चुके हैं हिस्टरी दे हिसाब नाल फर्स्ट जनरेशन च। बी कित्थे जा चुके हैं सैकेंड जनरेशन च। ई कौन हो चुके हैं हम अपने ग्रैंड पेरेंट्स, ये कित्थे जाणगे थर्ड ट्री दे विच। थर्ड जनरेशन शुरू हो गई है। मैं कहा एफ जो ने वो वाइफ ने की दे ई दे। देखो बिल्कुल मैं पढ़ता जा रहा नाल नाल नोट करता जा रहा। ये ट्री है। ट्री का मतलब की हुंदा है, ट्री का मतलब इनू कहने का मतलब है मैं एक बीज बोया, बीज बोने तो बाद वो अंकुरित होया ते उहदे चों पत्तियां फुटनियां शुरू हुई। ट्री का एक रूल है, जदों भी ट्री बड़ा होएगा जिहड़ी भी सब तो पहली पत्ती आई है वो ट्री की सब तो टॉप वाली पत्ती बनेगी। सेम ये जिहड़े सब तो पहला पैदा हुए ने वो ट्री च उत्ते 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 जाते रहेंगे, तो जिहड़े नवे पत्तियां उग रही ने या जिनमें नवे मैंबर ऐड हो रहे हैं वो थल्ले आई जाएंगे। हुण इहदे च की हुंदा है, इन्ना ट्री तो मैं ड्रॉ कर लिया, पर ये किस वास्ते कीता है? ये मैं कीता है जिहड़े वो क्वेश्चन पूछे जाएंगे उस स्टेटमेंट च। सपोज यही क्वेश्चन सी ए इज द सन ऑफ बी, सी इज द डॉटर ऑफ बी, डी इज द वाइफ ऑफ बी, ई इज द फादर ऑफ बी एंड एफ इज मदर ऑफ बी। मैं यही चार्ट ड्रॉ कर लिया। हुण इन्ना कुछ देने तो बाद वो आपां नूं कुछ क्वेश्चन पूछेगा, उस वो क्वेश्चन की होणगे? वो क्वेश्चन हो सकते हैं कि वट इज द रिलेशन ऑफ बी टू सी, वट इज द रिलेशन ऑफ डी टू सी, वट इज द रिलेशन टू डी टू ए। हुण रिलेशन दस्सण वास्ते आपां नूं एक चीज़ क्लीयर होनी चाहिए है कि ब्लड रिलेशन दे विच कौन किहदा की लग रहा है। हुण मैं कहा कि बी दे कोई ब्रदर ने, मैं ऐड कर लिया उन्होंने भी, एच बी दे ब्रदर ने। हुण एच जे मैं ए दे बिहाफ नाल रिलेशन क्लीयर करना चाहां तो अपनी लैंग्वेज दे विच बी की हो जाणगे ए दे फादर साहब या पिता जी। तो एक रिलेशन अपने को निकल के आ गया कि फादर, एक रिलेशन हुंदा है फादर का, एक रिलेशन हुंदा है मदर का, एक चाइल्ड वास्ते। हुण फादर मदर तो चाइल्ड दे की रिलेशन होंदे आ, फादर का या तो सन हो सकता है या की हो सकती है डॉटर, यही हो सकते हैं डॉटर सन। हुण ये सन ते डॉटर दे अगे फादर साहब दे नाल अगर भाई साहब भी बैठे ने या मदर दे भाई साहब बैठे ने, कोई भी बैठे ने, तो एच का रिलेशन ए नाल की बनता है अपनी लैंग्वेज च जो आप आम यूज़ करते हैं उहदे च यह लगे इन्हां दे चाचा जी या ताया जी एज पर देयर एज। पर इंग्लिश लैंग्वेज दे विच की है कोई चाचा ताया मामा मामी भूआ मासी नहीं हुंदा। वो कहंदा जदों भी सोडे पेरेंट्स दे विच कोई मैंबर इनकलूड हो जान, उन्हां दे भाई उन्हां दी सिस्टर, तो उन्हां वास्ते सिर्फ दो वर्ड मैं तुहानूं दे रहा, सोडा बर्डन थोड़ा डाउन कर रहे हैं। वो दो वर्ड की होणगे? जे कोई भी मेल मैंबर है सोडे फादर साहब या मदर साहब दे नाल, उन्हां दे ब्रदर सिस्टर जो भी ने, जे कोई मेल मैंबर है वो सोडा लगेगा अंकल। इज दैट क्लीयर?
ਤੇ ਜੇ ਕੋਈ ਵੀ ਫੀਮੇਲ ਬੈਠੀ ਹੈ ਸੋ ਦੇ ਫਾਦਰ ਜਾਂ ਮਦਰ ਸਾਹਿਬ ਦੇ ਨਾਲ ਉਹਨਾਂ ਦੀ ਸਿਸਟਰ, ਤਾਂ ਉਹ ਤੁਹਾਡੀ ਲੱਗੇਗੀ ਆਂਟ। ਅੰਕਲ ਆਂਟ, ਬਸ ਇਹੀ ਰਿਲੇਸ਼ਨ ਹੈ, ਇਹ ਤੋਂ ਬਾਅਦ ਕੋਈ ਰਿਲੇਸ਼ਨ ਨਹੀਂ ਹੈਗਾ। ਹੁਣ ਜੇ ਇਹ ਇਹਨਾਂ ਨੂੰ ਅੰਕਲ ਜਾਂ ਇਹਨਾਂ ਦੀ ਕੋਈ ਸਿਸਟਰ ਹੈ ਆਈ, ਉਹਨਾਂ ਨੂੰ ਕੀ ਕਹਿਣਗੇ? ਅੰਕਲ ਆਂਟ ਕਹਿਣਗੇ। ਤਾਂ ਉਹ ਅੰਕਲ ਆਂਟ ਵੀ ਤਾਂ ਉਹ ਬੱਚਿਆਂ ਨੂੰ ਕੁਝ ਕਹਿ ਕੇ ਬੁਲਾਣਗੇ। ਆਪਣੀ ਆਮ ਲੈਂਗੁਏਜ ਦੇ ਵਿੱਚ ਕੀ ਹੁੰਦਾ, ਜਿਹੜੇ ਪੇਰੈਂਟਸ ਦੇ ਬੱਚੇ ਹੈ, ਪੇਰੈਂਟਸ ਦੇ ਭਾਈ ਸਾਹਿਬ ਜਾਂ ਸਿਸਟਰ ਵਾਸਤੇ ਉਹ ਕੀ ਹੋ ਜਾਂਦੇ? ਭਤੀਜਾ ਹੋ ਜਾਂਦੇ, ਭਤੀਜੀ ਹੋ ਜਾਂਦੇ, ਭਾਂਜਾ ਹੋ ਜਾਂਦਾ, ਭਾਂਜੀ ਹੋ ਜਾਂਦੀ ਹੈ। ਐਜ਼ ਪਰ ਕਿ ਕਿਹਦੇ ਕੰਨਿਓ ਉਹ ਰਿਸ਼ਤਾ ਬੋਲਿਆ ਜਾ ਰਿਹਾ? ਮਦਰ ਦੇ ਫੈਮਿਲੀ ਕੰਨਿਓ ਬੋਲਿਆ ਜਾ ਰਿਹਾ, ਬ੍ਰਦਰ ਸਿਸਟਰ ਕੰਨਿਓ ਜਾਂ ਫਾਦਰ ਦੇ। ਹੁਣ ਇੰਗਲਿਸ਼ ਲੈਂਗੁਏਜ ਨੇ ਆਪਣੀ ਇੱਕ ਚੀਜ਼ ਹੋਰ ਕਲੀਅਰ ਕਰਤੀ ਕਿ ਸਾਨੂੰ ਕੋਈ ਭਾਂਜਾ, ਭਾਂਜੀ, ਭਤੀਜਾ, ਭਤੀਜੀ ਕਹਿਣ ਦੀ ਕੋਈ ਲੋੜ ਨਹੀਂ। ਜੇ ਕੋਈ ਵੀ ਥੱਲੇ ਮੇਲ ਚਾਈਲਡ ਬੈਠਾ, ਉਹ ਤੁਹਾਡਾ ਕੀ ਲੱਗੇਗਾ? ਉਹਨਾਂ ਦੇ ਵਾਸਤੇ ਕੀ ਲੱਗੇਗਾ? ਨੈਫਿਊ। ਤੇ ਜੋ ਕੋਈ ਵੀ ਫੀਮੇਲ ਚਾਈਲਡ ਵੀ ਥੱਲੇ ਬੈਠਾ ਤੇ ਉਹ ਉਹਨਾਂ ਵਾਸਤੇ, ਅੰਕਲ ਆਂਟ ਵਾਸਤੇ ਕੀ ਲੱਗੇਗਾ? ਉਹ ਲੱਗੇਗਾ ਉਹਨਾਂ ਦੀ ਨੀਸ। ਇਸ ਵਰਡ ਨੂੰ ਮੈਂ ਦੇਖਿਆ ਕਿ ਕਾਫੀ ਬੱਚੇ ਨਾਈਸ ਰਿਪਰੈਜ਼ੈਂਟ ਕਰਦੇ। ਨਾਈਸ ਨਹੀਂ ਹੈਗਾ, ਇਹ ਹੁੰਦਾ ਨੀਸ। ਮੇਲ ਚਾਈਲਡ ਵਾਸਤੇ ਨੈਫਿਊ ਤੇ ਫੀਮੇਲ ਚਾਈਲਡ ਵਾਸਤੇ ਨੀਸ। ਹੁਣ ਨੈਫਿਊ ਆ ਗਏ, ਨੀਸ ਆ ਗਏ, ਅੰਕਲ ਆ ਗਏ, ਆਂਟ ਆ ਗਏ, ਫਾਦਰ ਸਾਹਿਬ ਹੋ ਗਏ, ਮਦਰ ਸਾਹਿਬ ਹੋ ਗਏ। ਹੁਣ ਇਹਨੂੰ ਥੋੜਾ ਜਿਹਾ ਹੋਰ ਰਿਲੇਸ਼ਨ ਤਾਂ ਹੋਰ ਵੀ ਹੋਣਗੇ, ਅੱਗੇ ਹੋਰ ਪੇਰੈਂਟਸ ਬੈਠੇ ਨੇ, ਫਾਦਰ ਸਾਹਿਬ ਦੇ ਵੀ ਪੇਰੈਂਟਸ ਬੈਠੇ ਨੇ। ਇੱਕ ਚੀਜ਼ ਬਿਲਕੁਲ ਯਾਦ ਰੱਖਿਓ, ਜਦੋਂ ਵੀ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਦੇ ਵਿੱਚ ਤੁਸੀਂ ਜਾ ਰਹੇ ਹੋ, ਇੱਕ ਜਨਰੇਸ਼ਨ ਨੂੰ ਸਕਿਪ ਕਰ ਰਹੇ ਹੋ ਬਿਲਕੁਲ, ਉਹ ਕੀ ਹੋ ਜਾਂਦੀ ਹੈ? ਆਪਦੇ ਆਪ 'ਚ ਇੱਕ ਵੱਡੀ ਗੱਲ ਹੋ ਜਾਂਦੀ ਹੈ। ਵੱਡੀ ਗੱਲ ਦਾ ਹੋਣ ਦਾ ਮਤਲਬ ਕੀ ਹੈ? ਗ੍ਰੇਟ, ਗ੍ਰੇਟ, ਗ੍ਰੇਟ ਜਾਂ ਫਿਰ ਗ੍ਰੈਂਡ। ਜਦੋਂ ਵੀ ਆਪਾਂ ਜਨਰੇਸ਼ਨ ਨੂੰ ਸਕਿਪ ਕਰਕੇ ਇੱਕ ਜਾਂ ਦੋ ਜਨਰੇਸ਼ਨ ਨੂੰ ਸਕਿਪ ਕਰਕੇ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਗੱਲ ਵੱਡੀ ਹੁੰਦੀ ਹੈ, ਗ੍ਰੈਂਡ ਹੁੰਦੀ ਹੈ। ਜਦੋਂ ਵੀ ਮੈਂ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ, ਫਸਟ ਜਨਰੇਸ਼ਨ ਤੋਂ ਥਰਡ ਜਨਰੇਸ਼ਨ ਕਰਨੀ ਜਾ ਰਿਹਾ, ਤਾਂ ਉੱਥੇ ਜਿਹੜੇ ਵੀ ਪੇਰੈਂਟਸ ਬੈਠੇ ਨੇ ਉਹ ਕੀ ਹੋ ਜਾਣਗੇ? ਗ੍ਰੈਂਡ ਪੇਰੈਂਟਸ। ਇਜ਼ ਦੈਟ ਕਲੀਅਰ? ਗ੍ਰੈਂਡ ਪੇਰੈਂਟਸ ਕਿਵੇਂ? ਜਿਵੇਂ ਫਾਦਰ ਸਾਹਿਬ ਦੇ ਏ ਦੇ ਫਾਦਰ ਨੇ ਬੀ ਤੇ ਬੀ ਦੇ ਫਾਦਰ ਸਾਹਿਬ ਨੇ ਈ। ਹੁਣ ਈ ਜਿਹੜੇ ਉੱਤੇ ਬੈਠੇ ਨੇ ਉਹ ਏ ਦੇ ਕੀ ਲੱਗਣਗੇ? ਦਾਦਾ ਜੀ। ਦਾਦਾ ਜੀ ਨੂੰ ਕਹਿਣ ਦਾ ਇੰਗਲਿਸ਼ ਦੇ ਵਿੱਚ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ, ਗ੍ਰੈਂਡ। ਵੇਟ, ਮੈਂ ਥੋੜਾ ਸਪੇਸ ਕਲੀਅਰ ਕਰ ਦਿੰਦਾ ਤੁਹਾਡੇ ਲਈ। ਜਦੋਂ ਵੀ ਇੱਕ ਜਨਰੇਸ਼ਨ ਤੋਂ ਛੱਡ ਕੇ ਆਪਣੇ ਫਾਦਰ ਸਾਹਿਬ ਦੇ ਪੇਰੈਂਟਸ ਇਨਕਲੂਡ ਹੁੰਦੇ ਆ, ਤਾਂ ਉਹ ਪੇਰੈਂਟਸ ਜਦੋਂ ਵੀ ਇਨਕਲੂਡ ਹੁੰਦੇ ਆ, ਜਾਂ ਤਾਂ ਮੇਲ ਹੋਣਗੇ ਉਹ ਜਾਂ ਫੀਮੇਲ ਹੋਣਗੇ। ਮਦਰ ਫਾਦਰ ਕਿਸੇ ਕੰਨਿਓ ਵੀ ਡਿਸਕਸ ਕਰਿਆ ਜਾ ਰਿਹਾ, ਜੇ ਮਦਰ ਦੇ ਜਾਂ ਫਾਦਰ ਦੇ ਉੱਤੇ ਪੇਰੈਂਟਸ ਬੈਠੇ ਆ, ਤਾਂ ਉਹ ਚਾਈਲਡ ਜਿਹੜੇ ਥੱਲੇ ਬੈਠੇ ਆ ਉਹਨਾਂ ਦੇ ਲੱਗਣਗੇ ਗ੍ਰੈਂਡ ਫਾਦਰ ਜਾਂ ਫਿਰ ਗ੍ਰੈਂਡ ਮਦਰ। ਨਾਨਾ ਨਾਨੀ, ਦਾਦਾ ਦਾਦੀ, ਮਤਲਬ ਗ੍ਰੈਂਡ ਪੇਰੈਂਟਸ। ਜੇ ਗ੍ਰੈਂਡ ਪੇਰੈਂਟਸ ਦੇ ਵੀ ਅੱਗੇ ਪੇਰੈਂਟਸ ਬੈਠੇ ਆ, ਮਤਲਬ ਪਰਦਾਦਾ ਪਰਦਾਦੀ, ਤਾਂ ਉਹਨਾਂ ਵਾਸਤੇ ਕੀ ਯੂਜ਼ ਹੋ ਜਾਊਗਾ? ਗ੍ਰੇਟ ਗ੍ਰੈਂਡ ਪੇਰੈਂਟਸ। ਪੇਰੈਂਟਸ ਕੋਈ ਵੀ ਹੈ, ਮੇਲ ਹੈ ਫੀਮੇਲ ਹੈ, ਉਹਦੇ ਹਿਸਾਬ ਨਾਲ ਤੁਸੀਂ ਫਾਦਰ ਜਾਂ ਮਦਰ ਉਹਦੇ 'ਚ ਐਡ ਕਰ ਲਿਓ। ਆਮ ਤੌਰ ਐਗਜ਼ਾਮ ਦੇ ਵਿੱਚ ਗ੍ਰੈਂਡ ਪੇਰੈਂਟਸ ਦੇ ਉੱਤੇ ਨਹੀਂ ਜਾਂਦਾ, ਪਰ ਜੇ ਚਲਾ ਵੀ ਗਿਆ ਤਾਂ ਤੁਹਾਨੂੰ ਇੱਕ ਚੀਜ਼ ਕਲੀਅਰ ਹੈ ਕਿ ਉਹ ਕੀ ਹੋਣਗੇ? ਗ੍ਰੇਟ ਗ੍ਰੈਂਡ। ਠੀਕ, ਮੈਂ ਸਮਝ ਲਿਆ ਕਿ ਏ ਚਾਈਲਡ ਆ ਗਿਆ, ਏ ਚਾਈਲਡ ਬੈਠੇ ਆਪਣੇ ਕੋਲੇ, ਉਹਦੀ ਸਿਸਟਰ ਸੀ ਹੈ। ਹੁਣ ਉੱਤੇ ਫਾਦਰ ਸਾਹਿਬ ਮਦਰ ਸਾਹਿਬ ਹੋ ਗਏ, ਫਾਦਰ ਹੋ ਗਏ ਮਦਰ ਹੋ ਗਏ। ਫਾਦਰ ਸਾਹਿਬ ਮਦਰ ਸਾਹਿਬ ਕਹਿਣਾ ਬਿਲਕੁਲ ਆਸਾਨ ਹੈ। ਉਹਨਾਂ ਦੇ ਅਗਰ ਬ੍ਰਦਰ ਸਿਸਟਰ ਆ ਜਾਣ ਤਾਂ ਉਹ ਕਿਵੇਂ ਕਹੇ ਜਾਣਗੇ? ਜੇ ਮੇਲ ਹੈ ਕੋਈ ਵੀ ਤਾਂ ਅੰਕਲ, ਜੇ ਫੀਮੇਲ ਹੈ ਕੋਈ ਵੀ ਤੇ ਆਂਟ। ਹੁਣ ਇਹ ਅੰਕਲ ਆਂਟ ਦਾ ਰਿਲੇਸ਼ਨ ਥੱਲੇ ਬੱਚਿਆਂ ਵਾਸਤੇ ਕੀ ਹੋਊਗਾ? ਚਾਚਾ ਚਾਚੀ ਆਪਾਂ ਆਮ ਕਹਿੰਦੇ, ਪਰ ਥੱਲੇ ਭਤੀਜੇ ਭਤੀਜੀ ਆਮ ਕਹਿੰਦੇ, ਪਰ ਇਹ ਜਿਹੜੇ ਬੱਚੇ ਥੱਲੇ ਬੈਠੇ ਆ ਕੀ ਹੋਣਗੇ? ਉਹਨਾਂ ਦੇ ਮੇਲ ਹੈ ਤਾਂ ਨੈਫਿਊ, ਫੀਮੇਲ ਹੈ ਤਾਂ ਨੀਸ। ਜੇ ਉੱਤੇ ਗ੍ਰੈਂਡ ਪੇਰੈਂਟਸ, ਪੇਰੈਂਟਸ ਦੇ ਵੀ ਪੇਰੈਂਟਸ ਬੈਠੇ ਆ, ਉਹ ਕੀ ਹੋ ਜਾਣਗੇ? ਗ੍ਰੈਂਡ ਪੇਰੈਂਟਸ। ਇਜ਼ ਦੈਟ ਕਲੀਅਰ? ਇਹੀ ਲੈਂਗੁਏਜ ਨੂੰ ਆਪਾਂ ਹੁਣ ਆਪਣੇ ਹੋਰ ਅੱਗੇ ਡਿਸਕਸ ਕਰਾਂਗੇ ਕਿ ਜਦੋਂ ਫੈਮਿਲੀ ਮੈਰਿਜ ਹੁੰਦੀ ਹੈ ਫੈਮਿਲੀ ਦੇ ਵਿੱਚ, ਉਹ ਕਿਵੇਂ ਰਿਲੇਸ਼ਨ ਬਣਦੇ ਨੇ। ਹੁਣ ਸਪੋਜ਼ ਕਿ ਏ ਤੇ ਬੀ ਦੋ ਚਾਈਲਡ ਨੇ,
ब्रदर सिस्टर ने आपस च, इन्हां दे उत्ते पेरेंट्स ने कौन है, डी फादर साहब ने ते ई इन्हां दे की ने, मदर ने। ये क्वेश्चन चो स्टेटमेंट आई है। फिर उस तो बाद जी अगे होर पेरेंट्स हो गए इन्हां दे, ते एच इन्हां दे वाइफ हो गई। मदर जो इंक्लूड हुई उन्हां दे भी पेरेंट्स आ गए। आई इन्हां दे फादर साहब है ते पी इन्हां दे मदर साहब ने। ते डी दे अगे होर ब्रदर ने, क्यू इन्हां दे ब्रदर ने ते एस इन्हां दी सिस्टर है। ई दे अगे ब्रदर मैं होर ऐड कर देना, डबल्यू इन्हां दे ब्रदर ने ते टी इन्हां दी सिस्टर है। हुण रिवाइज करदे आ, रिलेशन की बन गए जदों भी आ बच्चे बैठे हैं, उत्ते पेरेंट्स वास्ते की हो गए, ये हो गए सन ते ये हो गई इन्हां दी डॉटर। जे उत्ते पेरेंट्स नूं कुछ कहना है तो मेल पेरेंट्स फादर ते मदर। फादर मदर दे अगर नाल उन्हां दे ब्रदर या सिस्टर ऐड हुंदे तां कि उन्हां दे की हो गए अंकल, एस हो गई आंट। सेम मदर कन्नी भी अंकल आंट। जे उत्ते होर पेरेंट्स दे पेरेंट्स ऐड हो गए तो उन्हां नूं आपां की कहांगे ग्रैंड पेरेंट्स। ग्रैंड पेरेंट्स किहड़े, ग्रैंड फादर ग्रैंड मदर। माता दे भी सेम ग्रैंड फादर ग्रैंड मदर। हुण रिलेशन दादा दादी नाना नानी चाचा चाची ते मामा मामी मासी जो भी है, वो रिलेशन नूं डिफरेंशिएट करन लई दो वर्ड यूज किए जाते हैं ब्लड रिलेशन दे विच कि फर्क किवें पता चले आपां नूं कि मदर दे रिलेशन चल दे बारे पूछा जा रहा है कि फादर दे। एग्जामिनर कई बारी एक वर्ड यूज करता है एग्जाम दे विच कि पैटर्नल या मैटरनल। पैटर्नल मैटरनल का मतलब की है, जदों भी पेरेंट्स फादर साहब मतलब अपनी लैंग्वेज दे विच पापा पापा या फादर उन्हां दे रिलेशन अगे गल कर रहा तां जिहड़े भी रिलेशन होणगे वो किहड़े होणगे, पैटर्नल। मम्मी या फिर मदर इन्हां दे रिलेशन अगे डिस्कस कर रहा तां होणगे मैटरनल। किवें यूज होएगा इन्हां दा वर्ड दा यूज। हुण सपोज मैं इत्थे कहा सीगा कि फादर साहब ए दे फादर डी ने, उन्हां दे ब्रदर ते सिस्टर ने, मदर ई ने, उन्हां दे ब्रदर ते सिस्टर। इन्हां नूं थोड़ा जिहा स्टेटमेंट वाइज अंकल आंट दे नाल एक अलग ऑप्शन भी आती है, पैटर्नल अंकल पैटर्नल आंट। मतलब जदों भी वह कहेगा पैटर्नल मतलब फादर साहब दे पैटर्नल अंकल फादर साहब दे ब्रदर, पैटर्नल आंट मतलब फादर साहब दी सिस्टर, मैटरनल अंकल मतलब मदर दे ब्रदर, मैटरनल आंट मतलब मदर दी सिस्टर। हुण ग्रैंड पेरेंट्स लिए भी ये थोड़ा जिहा चेंज हो जाता है। जे गल कर रहा है पैटर्नल ग्रैंड फादर मतलब फादर साहब दे फादर साहब, पैटर्नल मदर ग्रैंड मदर मतलब फादर साहब दी मदर। सेम इधर मैटरनल ग्रैंड फादर मैटरनल ग्रैंड मदर। इनू याद करने का एक बहुत सौखा तरीका है, पापा या पैटर्नल, पी पी कॉमन है, मदर मम्मी या मैटरनल, एम एम सेम है। रिलेशन नूं इस हिसाब नाल तुसीं याद करियो। हुण आपां एक क्विक इहदा एक क्वेश्चन करदे हां जिहदे हिसाब नाल आपां इहनूं समझांगे। स्टेटमेंट है, मैं समझ लो कि है कि कपिल इज द सन ऑफ ए एंड बी इज द मदर ऑफ कपिल। बी मदर होने का मतलब की है, ए हो गए उनके फादर साहब, ए हो गए मैरिड, तो इन्होंने वास्ते यह सिंबल यूज किया। मैं क्या सी जो है वो सिस्टर है, सी डॉटर है बी दी, तो कपिल दी की होगी सिस्टर। ठीक, हुण क्वेश्चन आता अपना एग्जाम से, क्वेश्चन किस हिसाब से पूछा जाता है, वो क्वेश्चन पूछ लेंदा है हाउ इज ए रिलेटेड टू कपिल। क्वेश्चन पूछ लिया अपन। क्वेश्चन का मतलब की है, हाउ इज मतलब किमें, वो पूछ रहे किमें, ए रिलेटेड मतलब ए दा रिश्ता, ए दा रिश्ता कहने का मतलब की है। जे मैं कहा ए दा रिश्ता दसो, ए दा आप दे आप च तां कोई रिश्ता नहीं, बद तो बद मेल हो सकता है, फीमेल हो सकता है, यही हो सकता है। पर रिलेशन बनता जो आप किसी होर दी गल उनके बिहाफ च कर रहे हैं कि कपिल या ए दा रिलेशन दसना है, किनू देख के, किनू देख के दसना है कि ए दा की रिलेशन बनया किहदे नाल, कपिल नाल। मतलब मैं ए दा रिलेशन दसना है, ए दा रिलेशन जो भी आएगा मैनू पता है वो रिलेशन की आऊगा, मेल दे विच बनूगा, मेल दे विच की बनूगा वो मैनू यह चीज क्लीयर करूगी टू कि किनू देख के दसना है, किनू देख के दसना है, कपिल नू। कपिल नू देख के जदों मैं देखा कि ए दा रिलेशन दसना है तो कपिल दे उत्ते ए बैठे है, उन्हां दा जेंडर है प्लस। ट्री के हिसाब नाल मैं समझ रहा कि वो मेल मैंबर जे उहदे उत्ते बैठे ने तो वो की ने उहदे फादर।
इज दैट क्लीयर? आंसर करना सौखा होया ना? स्टेटमेंट चो सिर्फ मैं इन्नी चीज करनी है, ट्री बनाना है, तो जिन्ने मर्जी क्वेश्चन पूछ ले ਆਪਾਂ ਨੇ बिल्कुल बहुत ही ज़्यादा तेजी नाल आंसर करना है, तो क्वेश्चन नू जल्दी जल्दी अगे लंघाना है। जे मैंने पूछ लिया हाउ इज बी रिलेटेड टू ए, सेम। हुण मैनू पता है हाउ इज बी रिलेटेड, मतलब मैं बी का रिश्ता दसना है। मैनू पता है बी का जो भी रिश्ता आएगा वो फीमेल च आऊगा। फीमेल च की रिश्ता बन सकता है? वाइफ भी बन सकता है, कुछ भी बन सकता है, पर हर बंदे का रिश्ता दूसरे बंदे के हिसाब नाल चेंज होंदा रहिंदा है। वो क्वेश्चन च उन्हें मैनू दसता कि रिश्ता किनू देख के दसना है, किनू देख के दसना है? ए नू। बी का ए दे नाल की रिश्ता है? बी की है? वाइफ है। किंदी? ए दी। वो मैनू आ सिंबल क्लियर कर रहा है, तो इनका आंसर की हो जाएगा? वाइफ। इज दैट क्लियर? जितना भी मैंने बताया या जिन्ना भी मैं दस्या ए दे बेसिक कंसैप्ट ने, ये बेसिक कंसैप्ट नूं तुसीं थोड़ा जिहा देखो ते रिवाइज करो। ਇਹਦੇ ਨਾਲ ਜਿਵੇਂ मैं हुण एक क्वेश्चन ਤੁਹਾਨੂੰ करके दिखाया, ਇਹਨੂੰ रिप्रेजेंट कर रहा कि किमें किमें मैं ऐड करना है, जनरेशन च किमें जाना है, चाइल्ड किमें शो करने ने, ग्रैंड पेरेंट्स किमें शो करने ने, अंकल आंट किमें शो करने ने। अपनी स्टेटमेंट नूं पढ़ना है, ट्री ड्रॉ करना है, ਉਹਦੇ ਨਾਲ जिन्ने भी आंसर आएंगे थल्ले ਉਹਨਾਂ ਨੂੰ आंसर करना है। इज दैट क्लीयर? होपफुली सारे ये सैशन समझ आया होगा। ये थोड़ी बेसिक क्लास सी, बेसिक सैशन सी। ये तो बाद आप जिन्ने भी क्वेश्चन रिलेटेड हो सकते नैक्स्ट क्लास डिस्कस करांगे। सो थैंक यू सो मच, सी यू इन नैक्स्ट क्लास।